हाँ जी, सत श्री अकाल दोस्तों। पंजाब सक्सैस मंत्रा ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੀਐਸਟੈਟ ਦੀ ਸੀਰੀਜ਼ ਦੇ ਵਿੱਚ ਆਪਾਂ ਜੋ ਆਧੁਨਿਕ ਮਾਡਰਨ ਹਿਸਟਰੀ ਪੜ੍ਹ ਰਹੇ ਹਾਂ ਔਰ ਉਸ ਦੀਆਂ ਜੋ ਦੋ ਵੀਡੀਓ ਜਿਹੜੀਆਂ ਹੈਗੀਆਂ ਉਹ ਅਪਲੋਡ ਹੋ ਚੁੱਕੀਆਂ, ਜਿਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਜੋ ਅੰਗਰੇਜ਼ ਸੀ ਜਾਂ ਯੂਰਪੀਅਨ ਕੰਪਨੀਆਂ ਸੀ ਉਹ ਭਾਰਤ ਦੇ ਵਿੱਚ ਕਿਸ ਤਰ੍ਹਾਂ ਆਈਆਂ ਔਰ ਉਹਨਾਂ ਨੇ ਕਿਸ ਤਰ੍ਹਾਂ ਉੱਥੇ ਕੀ ਕੀਤਾ, ਵਿਸਥਾਰ ਕੀਤਾ। ਦੂਜੇ ਦੇ ਵਿੱਚ ਆਪਾਂ ਸਾਰਾ ਪੜ੍ਹਿਆ ਸੀ ਕਿ ਉਹਨਾਂ ਦੇ ਕਿਵੇਂ ਵਿਸਥਾਰ ਕੀਤਾ, ਫਿਰ ਉਹਨਾਂ ਨੇ ਐਗਰੀਕਲਚਰ ਦੇ ਵਿੱਚ ਕਿਹੜੇ ਸੁਧਾਰ ਕੀਤੇ, ਫਿਰ ਕੁਝ ਜਿਹੜੇ ਜਾਤੀ ਕਬੀਲੇ ਸੀ ਉਹਨਾਂ ਨੇ ਵਿਦਰੋਹ ਕੀਤੇ, ਆਪਾਂ ਉਹਨਾਂ ਦੀ ਵੀ ਗੱਲ ਕੀਤੀ। ਤਾਂ ਅੱਜ ਆਪਾਂ ਜਿਹੜਾ ਉਸਦਾ ਇੱਕ ਹੋਰ ਮਹੱਤਵਪੂਰਨ ਟੌਪਿਕ ਪੜ੍ਹਨਾ ਜਿੱਥੋਂ ਹਰ ਹਾਲ ਦੇ ਵਿੱਚ ਪ੍ਰਸ਼ਨ ਬਣਦਾ। ਜੀ ਹਾਂ ਦੋਸਤੋ, ਆਪਾਂ ਅੱਜ ਪੜ੍ਹਨਾ ਹੈ 1857 ਈਸਵੀ ਦਾ ਵਿਦਰੋਹ। ਠੀਕ ਹੈ ਜੀ, 1857 ਈਸਵੀ ਦਾ ਵਿਦਰੋਹ ਅਜਿਹਾ ਟੌਪਿਕ ਹੈ ਜਿੱਥੋਂ ਤੁਹਾਨੂੰ ਐਗਜ਼ਾਮ ਦੇ ਵਿੱਚੋਂ 100% ਪ੍ਰਸ਼ਨ ਮਿਲੇਗਾ ਤੇ ਬਹੁਤ ਸਾਰੀਆਂ ਗੱਲਾਂ ਆਪਾਂ ਇਸ ਦੇ ਵਿੱਚ ਕਰਾਂਗੇ। ਜਿਵੇਂ ਕਿ ਮੈਂ ਉੱਪਰ ਲਿਖ ਰੱਖਿਆ ਹੈ ਕਿ ਭਾਰਤ ਦਾ ਪਹਿਲਾ ਸੁਤੰਤਰ ਸੰਘਰਸ਼, ਇਸ ਨੂੰ ਭਾਰਤ ਦਾ ਪਹਿਲਾ ਸੁਤੰਤਰ ਸੰਗਰਾਮ ਵੀ ਕਿਹਾ ਜਾਂਦਾ ਹੈ, ਇਸ ਨੂੰ ਸੈਨਿਕ ਵਿਦਰੋਹ ਵੀ ਕਿਹਾ ਜਾਂਦਾ ਹੈ, ਇਸ ਨੂੰ ਹਿੰਦੂਆਂ ਤੇ ਮੁਸਲਮਾਨਾਂ ਦੀ ਸਾਜ਼ਿਸ਼ ਵੀ ਕਿਹਾ ਜਾਂਦਾ ਹੈ, ਇਸ ਨੂੰ ਮੁਸਲਮਾਨਾਂ ਦੀ ਅੰਗਰੇਜ਼ਾਂ ਪ੍ਰਤੀ ਸਾਜ਼ਿਸ਼ ਵੀ ਕਿਹਾ ਜਾਂਦਾ ਹੈ, ਇਸ ਨੂੰ ਧਰਮ ਯੁੱਧ ਵੀ ਕਿਹਾ ਜਾਂਦਾ ਹੈ। ਤਾਂ ਇਸ ਦੇ ਬਹੁਤ ਸਾਰੇ ਨਾਮ ਨੇ। ਠੀਕ ਹੈ ਜੀ, ਤਾਂ ਇਸ ਦੇ ਵਿੱਚ ਕੀ ਘਟਨਾਵਾਂ ਹੋਈਆਂ, ਕੀ ਕਾਰਨ ਸਨ ਔਰ ਕਿਹੜੀਆਂ ਘਟਨਾਵਾਂ ਕਿੱਥੇ ਘਟੀਆਂ ਔਰ ਉਸ ਤੋਂ ਬਾਅਦ ਉਹਦਾ ਰਿਜ਼ਲਟ ਕੀ ਨਿਕਲਿਆ, ਇਹ ਸਾਰੀਆਂ ਗੱਲਾਂ ਆਪਾਂ ਜਾਣਾਂਗੇ ਐਮਸੀਕਿਊ ਦੇ ਜ਼ਰੀਏ। ਜਦੋਂ ਆਪਾਂ ਕੋਈ ਵੀ ਐਮਸੀਕਿਊ ਕਰਾਂਗੇ ਤਾਂ ਉਸ ਦੇ ਜਦੋਂ ਆਪਾਂ ਡਿਸਕਸ਼ਨ ਕਰਾਂਗੇ ਤਾਂ ਉਸ ਦੇ ਵਿੱਚੋਂ ਆਪਾਂ ਸਾਰੀ ਦੀ ਸਾਰੀ ਕਹਾਣੀ ਜਾਣ ਲਵਾਂਗੇ, ਹਨਾ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਦੇਖੋ, ਕੋਈ ਵੀ ਘਟਨਾ, ਹੁਣ 1857 ਈਸਵੀ ਦਾ ਵਿਦਰੋਹ ਜਿਹੜਾ ਹੈ ਉਹ ਕੀ ਹੈ ਜੀ, ਉਹ ਇੱਕ ਘਟਨਾ, ਉਹ ਕੀ ਹੈ ਜੀ, ਇੱਕ ਘਟਨਾ ਹੈ। ਤੇ ਦੋਸਤੋ, ਕੋਈ ਵੀ ਘਟਨਾ ਜਦੋਂ ਘਟਦੀ ਹੈ ਨਾ, ਕੋਈ ਵੀ ਘਟਨਾ ਜਦੋਂ ਘਟਦੀ ਹੈ ਤਾਂ ਉਹਦੇ ਕਾਰਨ ਹੁੰਦੇ ਨੇ। ਘਟਨਾ ਦੇ ਕੀ ਹੁੰਦੇ ਨੇ, ਘਟਨਾ ਦੇ ਪਿੱਛੇ ਕਾਰਨ ਹੁੰਦੇ ਨੇ। ਠੀਕ ਹੈ ਜੀ, ਘਟਨਾ ਦੇ ਪਿੱਛੇ ਕੀ ਹੁੰਦੇ ਨੇ, ਕਾਰਨ ਹੁੰਦੇ ਨੇ। ਔਰ ਜਦ ਕਾਰਨ ਉਹ ਬਣਦੇ ਜਾਂਦੇ ਨੇ, ਇੱਕ ਤੋਂ ਬਾਅਦ ਇੱਕ ਕਾਰਨ ਬਣਦਾ ਜਾਂਦਾ, ਤਾਂ ਫਿਰ ਕੀ ਹੁੰਦਾ ਹੈ ਕਿ ਘਟਨਾ ਘਟ ਜਾਂਦੀ ਹੈ। ਜੋ ਵੀ ਘਟਨਾ ਹੁੰਦੀ ਹੈ ਉਹ ਕੀ ਹੁੰਦੀ ਹੈ, ਘਟ ਜਾਂਦੀ ਹੈ। ਮਤਲਬ ਕੀ ਹੋ ਜਾਂਦਾ, ਇਵੈਂਟ ਹੋ ਜਾਂਦੇ ਆ, ਉੱਤੇ ਕੀ ਹੋ ਜਾਂਦਾ, ਇਵੈਂਟ ਹੋ ਜਾਂਦੇ ਆ। ਠੀਕ ਹੈ ਜੀ, ਔਰ ਇਵੈਂਟ ਤੋਂ ਬਾਅਦ ਜਦੋਂ ਇਵੈਂਟ ਹੋ ਜਾਂਦਾ ਤਾਂ ਉਸ ਤੋਂ ਬਾਅਦ ਕੀ ਨਿਕਲਦਾ, ਰਿਜ਼ਲਟ ਨਿਕਲਦਾ। ਉਸ ਤੋਂ ਬਾਅਦ ਕੀ ਨਿਕਲਦਾ ਦੋਸਤੋ, ਉਸ ਤੋਂ ਬਾਅਦ ਨਿਕਲਦਾ ਹੈ ਰਿਜ਼ਲਟ। ਔਰ ਇਹ ਜਿਹੜਾ ਰਿਜ਼ਲਟ ਹੈ ਉਹ ਨੈਗੇਟਿਵ ਵੀ ਹੋ ਸਕਦਾ ਔਰ ਪੋਜ਼ਿਟਿਵ ਵੀ ਹੋ ਸਕਦਾ। ਉਸਦੇ ਕੀ ਪੈਂਦੇ ਨੇ, ਪ੍ਰਭਾਵ ਪੈਂਦੇ ਨੇ। ਠੀਕ ਹੈ ਜੀ, ਔਰ ਪ੍ਰਭਾਵ ਕੀ ਹੋ ਸਕਦੇ ਨੇ, ਪ੍ਰਭਾਵ ਨੈਗੇਟਿਵ ਵੀ ਹੋ ਸਕਦੇ ਨੇ ਔਰ ਪੋਜ਼ਿਟਿਵ ਵੀ ਹੋ ਸਕਦੇ ਨੇ। ਕਿਸੇ ਦੇ ਲਈ ਉਹ ਪ੍ਰਭਾਵ ਸਹੀ ਹੋ ਸਕਦੇ ਨੇ ਤਾਂ ਕਿਸੇ ਦੇ ਲਈ ਉਹ ਪ੍ਰਭਾਵ ਜਿਹੜੇ ਗਲਤ ਹੋ ਸਕਦੇ ਨੇ। ਤਾਂ ਉਹੀ ਕੁਝ ਆਪਾਂ ਪੜਾਂਗੇ। ਸਭ ਤੋਂ ਪਹਿਲਾਂ ਆਪਾਂ 1857 ਈਸਵੀ ਦਾ ਜਿਹੜਾ ਵਿਦਰੋਹ ਹੈ ਉਸਦੇ ਕਾਰਨਾਂ ਦਾ ਵਰਣਨ ਕਰਾਂਗੇ ਵੀ ਅਜਿਹੇ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਜੋ ਸ਼ਾਂਤ ਭਾਰਤ ਦੇ ਲੋਕ ਸਨ ਉਹਨਾਂ ਨੇ ਕੀ ਕਰਨਾ ਪੈ ਗਿਆ, ਵਿਦਰੋਹ ਕਰਨਾ ਪੈ ਗਿਆ। ਅੰਗਰੇਜ਼ਾਂ ਨੇ ਅਜਿਹੇ ਕਿਹੜੇ ਕੰਮ ਕੀਤੇ ਕਿ ਜਿਹੜੇ ਭਾਰਤ ਦੇ ਸੀ, ਹਨਾ, ਉਹਨਾਂ ਨੂੰ ਕੀ ਕਰਨਾ ਪਿਆ, ਵਿਦਰੋਹ ਕਰਨਾ ਪਿਆ। ਭਾਰਤ ਦੇ ਸੈਨਿਕਾਂ ਨੂੰ ਵਿਦਰੋਹ ਕਰਨਾ ਪਿਆ, ਭਾਰਤ ਦੇ ਜ਼ਮੀਂਦਾਰਾਂ ਨੂੰ ਵਿਦਰੋਹ ਕਰਨਾ ਪਿਆ, ਹਨਾ। ਤਾਂ ਆਪਾਂ ਉਹ ਸਾਰੇ ਕਾਰਨ ਇਹਦੇ ਵਿੱਚ ਪੜਾਂਗੇ। ਉਸ ਤੋਂ ਬਾਅਦ ਫਿਰ ਕਿੱਥੇ ਕਿਹੜੀ ਘਟਨਾ ਘਟੀ ਔਰ ਕਿਹੜੇ ਰਾਜੇ ਨੇ ਜਾਂ ਕਿਹੜੇ ਲੀਡਰ ਨੇ ਅੰਗਰੇਜ਼ ਕਿਵੇਂ ਵਿਦਰੋਹ ਕੀਤਾ, ਉਹ ਚੀਜ਼ ਵੀ ਜਾਣਾਂਗੇ। ਔਰ ਉਸ ਤੋਂ ਬਾਅਦ ਉਹ ਜਦੋਂ ਵਿਦਰੋਹ ਸ਼ਾਂਤ ਹੋ ਗਿਆ, ਕਿਉਂਕਿ ਅੰਗਰੇਜ਼ਾਂ ਨੇ ਦਬਾਤਾ ਸੀ, ਜਦ ਅੰਗਰੇਜ਼ਾਂ ਨੇ ਉਹ ਵਿਦਰੋਹ ਦਬਾਤਾ ਤਾਂ ਫਿਰ ਉਸਦਾ ਰਿਜ਼ਲਟ ਕੀ ਨਿਕਲਿਆ। ਠੀਕ ਹੈ ਜੀ, ਕਿਉਂਕਿ ਇਸ ਟਾਈਮ ਦੇ ਵਿੱਚ ਈਸਟ ਇੰਡੀਆ ਕੰਪਨੀ ਦਾ ਭਾਰਤ ਦੇ ਉੱਤੇ ਰਾਜ ਸੀ, ਕਿ ਉਹ ਰਾਜ ਕਾਇਮ ਰਿਹਾ ਜਾਂ ਨਹੀਂ ਰਿਹਾ। ਜੇ ਨਹੀਂ ਰਿਹਾ ਤਾਂ ਫਿਰ ਉਸ ਤੋਂ ਬਾਅਦ ਕਿਹਦਾ ਰਾਜ ਆਇਆ, ਹਨਾ। ਤਾਂ ਇਹ ਸਾਰੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਤੇ ਤੁਸੀਂ ਐਂਡ ਤੱਕ ਜਰੂਰ ਬਣੇ ਰਹੋ। ਤਾਂ ਪਹਿਲਾ ਪ੍ਰਸ਼ਨ ਹੈ ਜੀ, ਪਹਿਲਾ ਪ੍ਰਸ਼ਨ ਹੈ ਕਿ 1857 ਈਸਵੀ ਦੇ ਵਿਦਰੋਹ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਕਿਉਂਕਿ ਸਾਡਾ ਟੌਪਿਕ ਹੈ, ਇਸ ਲਈ ਆਪਾਂ ਸਭ ਤੋਂ ਪਹਿਲਾਂ ਇਸ ਦੇ ਨਾਮ ਦੀ ਚਰਚਾ ਕਰਾਂਗੇ ਕਿ ਇਸ ਦੇ ਨਾਮ ਨੂੰ ਕੀ 1857 ਈਸਵੀ ਦੇ ਵਿਦਰੋਹ ਨੂੰ ਕਿਸੇ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ। ਜੀ ਹਾਂ, ਬਿਲਕੁਲ ਹੋਰ ਨਾਮ ਨਾਲ ਜਾਣਿਆ ਜਾਂਦਾ। ਇਸ ਨੂੰ ਸੈਨਿਕ ਵਿਦਰੋਹ ਵੀ ਕਿਹਾ ਜਾਂਦਾ ਹੈ, ਇਸ ਨੂੰ ਸੁਤੰਤਰਤਾ ਦੀ ਪਹਿਲੀ ਲੜਾਈ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਸੁਤੰਤਰਤਾ ਦਾ ਪਹਿਲਾ ਕੀ ਕਿਹਾ ਜਾਂਦਾ ਹੈ, ਸੰਘਰਸ਼ ਵੀ ਕਿਹਾ ਜਾਂਦਾ ਹੈ ਜਾਂ ਸੰਗਰਾਮ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਇਤਿਹਾਸਕਾਰ ਕਹਿੰਦੇ ਨੇ ਕਿ ਇਹ ਮੁਸਲਮਾਨਾਂ ਦਾ ਅੰਗਰੇਜ਼ਾਂ ਪ੍ਰਤੀ ਕੀ ਸੀ, ਵਿਦਰੋਹ ਸੀ। ਠੀਕ ਹੈ ਜੀ, ਤਾਂ ਇਹਨੂੰ ਬਹੁਤ ਸਾਰੇ ਨਾਮਾਂ ਨਾਲ ਜਾਣਿਆ ਜਾਂਦਾ ਹੈ। ਫਿਲਹਾਲ ਆਪਸ਼ਨ ਦੇ ਵਿੱਚ ਉਸਨੇ ਦੋਨੇ ਦਿੱਤੇ ਨੇ, ਇਹ ਅਤੇ ਇਹ ਦੋਨੇ ਨਾਮਾਂ ਨਾਲ ਹੀ ਇਸ ਨੂੰ ਜਾਣਿਆ ਜਾਂਦਾ ਹੈ। ਇਸ ਲਈ ਆਨਸਰ ਸਾਡਾ ਕਿਹੜਾ ਬਣ ਜਾਂਦਾ ਹੈ, ਆਨਸਰ ਸਾਡਾ ਤੀਜਾ ਬਣ ਜਾਂਦਾ ਹੈ। ਆ ਦੇਖੋ ਜੀ ਕਿ 1857 ਈਸਵੀ ਦੇ ਵਿਦਰੋਹ ਦੇ ਕਿਹੜੇ ਕਾਰਨ ਸਨ। ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ
ਕਿ ਕੋਈ ਵੀ ਘਟਨਾ ਘਟਦੀ ਹੈ ਨਾ, ਘਰ ਦੇ ਵਿੱਚ ਸੱਸ ਨਾਲ ਉਹਦੀ ਲੜਾਈ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਕਾਰਨ ਬਣਦੇ ਨੇ, ਇੱਕੋ ਦਮ ਨਹੀਂ ਹੁੰਦੀ ਹੈ ਨਾ। ਇਸਨੇ ਮੈਨੂੰ ਪਰਸੋਂ ਪਾਣੀ ਨੂੰ ਪੁੱਛਿਆ, ਉਸ ਦਿਨ ਮੈਂ ਇਸ ਤੋਂ ਇਹ ਮੰਗਿਆ ਸੀ, ਇਸਨੇ ਮੈਨੂੰ ਉਹ ਨਹੀਂ ਫੜਾਇਆ, ਅੱਜ ਤਾਂ ਹੱਦ ਹੀ ਹੋ ਗਈ, ਇਸਨੇ ਮੈਨੂੰ ਮੇਰੇ ਵੱਲ ਘੂਰ ਕੇ ਦੇਖਿਆ, ਤਾਂ ਉਹ ਫਿਰ ਕੀ ਬਣ ਜਾਂਦਾ, ਲੜਾਈ ਦਾ ਕਾਰਨ ਬਣ ਜਾਂਦਾ, ਹਨਾ। ਜਸਟ ਤੁਹਾਨੂੰ ਸਮਝਾਉਣ ਦੇ ਲਈ ਕਹਿ ਰਿਹਾ ਮੈਂ, ਹਨਾ। ਤਾਂ ਇਸ ਦੇ ਵੀ ਬਹੁਤ ਸਾਰੇ ਕਾਰਨ ਸਨ, ਇਸ ਦੇ ਰਾਜਨੀਤਿਕ ਕਾਰਨ ਵੀ ਸਨ। ਰਾਜਨੀਤਿਕ ਕਾਰਨ ਤੁਹਾਨੂੰ ਪਤਾ ਹੀ ਹੈ ਕਿ ਅੰਗਰੇਜ਼ਾਂ ਨੇ ਕੀ ਕੀਤਾ ਸੀ, ਬਹੁਤ ਸਾਰੇ ਜਿਹੜੇ ਭਾਰਤ ਦੇ ਰਾਜਾ ਸੀ, ਜਿਵੇਂ ਜੋ ਨਾਨਾ ਸਾਹਿਬ ਹੋ ਗਿਆ, ਨਾਨਾ ਸਾਹਿਬ ਨਾਲ ਇਹਨਾਂ ਨੇ ਕੀ ਦੁਰਵਿਵਹਾਰ ਕੀਤਾ, ਕਿਉਂਕਿ ਨਾਨਾ ਸਾਹਿਬ ਜੋ ਸਨ ਉਹ ਕਿੱਥੋਂ ਬਿਲੋਂਗ ਕਰਦੇ ਸਨ, ਕਾਨਪੁਰ ਤੋਂ ਬਿਲੋਂਗ ਕਰਦੇ ਸਨ। ਔਰ ਉਹਨਾਂ ਨੂੰ ਜੋ ਬਾਜੀਰਾਓ ਸੈਕੰਡ ਸੀ ਉਹਨਾਂ ਨੇ ਗੋਦ ਲੈ ਲਿਆ ਸੀ, ਤਾਂ ਅੰਗਰੇਜ਼ ਕਹਿੰਦੇ ਵੀ ਜਿਹੜੇ ਗੋਦ ਲਏ ਪੁੱਤਰ ਨੇ ਉਹਨਾਂ ਨੂੰ ਅਸੀਂ ਸਵੀਕਾਰ ਹੀ ਨਹੀਂ ਕਰਦੇ, ਤਾਂ ਇਸ ਲਈ ਉਹਨਾਂ ਨੇ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਤੀ ਸੀ। ਉਸ ਤੋਂ ਇਲਾਵਾ ਜੋ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਸੀ, ਉਹਦੀ ਸ਼ਕਤੀ ਕਮਜ਼ੋਰ ਹੋ ਗਈ ਸੀ, ਤਾਂ ਅੰਗਰੇਜ਼ ਕਹਿੰਦੇ ਕਿ ਵੀ ਤੂੰ ਕੀ ਕਰਨਾ ਹੈ, ਹੁਣ ਜਿਹੜਾ ਇਸ ਕਿਲੇ ਦੇ ਵਿੱਚ ਨਹੀਂ ਰਹਿਣਾ, ਲਾਲ ਕਿਲੇ ਦੇ ਵਿੱਚ ਨਹੀਂ ਰਹਿਣਾ, ਤੈਨੂੰ ਇਹ ਛੱਡ ਕੇ ਜਾਣਾ ਪਵੇਗਾ, ਤੇਰੇ ਆਉਣ ਵਾਲੇ ਵਾਰਿਸ ਇਸ ਦੇ ਵਿੱਚ ਨਹੀਂ ਰਹਿਣਗੇ। ਤਾਂ ਉਹਨੂੰ ਗੁੱਸਾ ਨਾ ਆਊਗਾ, ਬਹਾਦਰ ਸ਼ਾਹ ਜ਼ਫਰ ਨੂੰ ਗੁੱਸਾ ਨਾ ਆਊਗਾ, ਕਿਉਂ? ਕਿਉਂਕਿ ਯਾਰ ਕਿਸਨੇ ਬਣਾਇਆ, ਉਹ ਮੁਗਲਾਂ ਨੇ ਬਣਾਇਆ, ਹਨਾ। ਕਿਸਨੇ ਬਣਾਇਆ ਸੀ? ਉਹ ਸ਼ਾਹਜਹਾਨ ਨੇ ਬਣਾਇਆ, ਸਾਡੇ ਦਾਦੇ ਪੜਦਾਦਿਆਂ ਨੇ ਬਣਾਇਆ, ਤਾਂ ਤੁਸੀਂ ਉਹੀ ਹੋ, ਤੁਸੀਂ ਆਪਣੀ ਔਕਾਤ ਯਾਦ ਕਰੋ। ਅੰਗਰੇਜ਼ਾਂ ਨੇ ਕਿਹਾ ਤੁਸੀਂ ਉਹੀ ਹੋ ਜਿਨ੍ਹਾਂ ਨੇ ਜਹਾਂਗੀਰ ਤੋਂ ਬੜੀਆਂ ਮਿੰਨਤਾਂ ਤਰਲੇ ਕਰਕੇ ਭਾਰਤ ਦੇ ਵਿੱਚ ਪਰਮਿਸ਼ਨ ਲਈ ਸੀ ਵਪਾਰ ਕਰਨ ਦੀ, ਤਾਂ ਤੁਸੀਂ ਆਪਣੀ ਔਕਾਤ ਨਾ ਭੁੱਲੋ। ਤਾਂ ਉਹਨਾਂ ਨੂੰ ਗੁੱਸਾ ਆਊਗਾ, ਤਾਂ ਉਹਨਾਂ ਨੇ ਫਿਰ ਵਿਦਰੋਹ, ਜਦੋਂ ਮੌਕਾ ਮਿਲਿਆ ਤੇ ਫਿਰ ਵਿਦਰੋਹ ਕਰਤਾ। ਤਾਂ ਹੋਰ ਵੀ ਬਹੁਤ ਸਾਰੇ, ਜਿਵੇਂ ਝਾਂਸੀ ਦੀ ਰਾਣੀ, ਠੀਕ ਹੈ ਜੀ। ਇਸ ਤੋਂ ਇਲਾਵਾ ਆਪਾਂ ਅੱਗੇ ਚਰਚਾ ਕਰਾਂਗੇ, ਅਵਧ ਦੀ ਚਰਚਾ ਕਰਾਂਗੇ, ਹਨਾ। ਤਾਂ ਅਸੀਂ ਬਹੁਤ ਸਾਰੀਆਂ ਇੱਥੇ ਰਾਜਨੀਤਿਕ ਕਾਰਨ ਸਨ ਜਿਨ੍ਹਾਂ ਕਰਕੇ ਵਿਦਰੋਹ ਹੋਇਆ। ਫਿਰ ਸਮਾਜਿਕ ਕਾਰਨ ਵੀ ਸਨ, ਸਮਾਜਿਕ ਕਾਰਨ ਦੇ ਵਿੱਚ ਕੀ ਸੀ, ਜਿਵੇਂ ਉਹਨਾਂ ਨੇ ਬਹੁਤ ਸਾਰੀਆਂ ਪ੍ਰਥਾਵਾਂ ਨੂੰ, ਚਾਹੇ ਉਹ ਸਮਾਜ ਦੇ ਲਈ ਸਹੀ ਸੀ ਚਾਹੇ ਉਹ ਗਲਤ ਸੀ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਉਹਦੇ ਵਿੱਚ ਇੰਟਰਫੇਅਰ ਉਹਦੇ ਵਿੱਚ ਕੀਤਾ। ਜਿਵੇਂ ਕਿ ਉਹਨਾਂ ਨੇ ਸਤੀ ਪ੍ਰਥਾ ਨੂੰ ਬੈਨ ਕਰਤਾ, ਹਨਾ। ਇਸ ਤੋਂ ਇਲਾਵਾ ਉਹਨਾਂ ਨੇ ਵੀਡੋ ਰੀਮੈਰਿਜ ਐਕਟ ਪਾਸ ਕੀਤਾ। ਤਾਂ ਇਸ ਕਰਕੇ ਉਹਨਾਂ ਨੂੰ ਐਸੀ ਕਿ ਸਾਡੇ ਜਿਹੜੇ ਸਮਾਜਿਕ ਮੁੱਦਿਆਂ ਦੇ ਉੱਤੇ ਕੀ ਕਰ ਰਹੇ ਨੇ ਜੀ। ਇਸ ਤੋਂ ਇਲਾਵਾ ਕੁੜੀਆਂ ਮਾਰਨਾ ਵੀ ਬੰਦ ਕਰਤਾ ਸੀ, ਬੈਨ ਕਰਤਾ ਸੀ ਉਹਨਾਂ ਨੇ। ਤਾਂ ਉਹਨਾਂ ਨੂੰ ਇਹ ਸੀ ਕਿ ਸਾਡੇ ਸਮਾਜਿਕ ਮੁੱਦਿਆਂ ਦੇ ਉੱਤੇ ਸਾਡੇ ਸਮਾਜ ਦੇ ਵਿੱਚ ਕੀ ਕਰ ਰਹੇ ਨੇ, ਇੰਟਰਫੇਅਰ ਕਰ ਰਹੇ ਨੇ। ਤਾਂ ਇਹ ਵੀ ਕਾਰਨ ਸੀ। ਇਸ ਤੋਂ ਇਲਾਵਾ ਧਾਰਮਿਕ, ਬਿਲਕੁਲ ਜੀ ਧਾਰਮਿਕ ਕਾਰਨ ਵੀ ਸੀ, ਕਿਉਂਕਿ ਬਹੁਤ ਸਾਰੇ ਮਿਸ਼ਨਰੀ ਜਿਹੜੇ ਸੀ ਈਸਾਈ ਧਰਮ ਦੇ, ਉਹ ਭਾਰਤ ਦੇ ਵਿੱਚ ਕੀ ਕਰਨ ਆ ਰਹੇ ਸੀ, ਉਹ ਭਾਰਤ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਆ ਗਏ ਸੀ। ਇਸ ਤੋਂ ਇਲਾਵਾ ਆਰਥਿਕ ਕਾਰਨ, ਕਿ ਉਹਨਾਂ ਨੇ ਬਹੁਤ ਸਾਰੀਆਂ ਫੈਕਟਰੀਆਂ ਲਾਤੀਆਂ ਸੀ, ਜਿਸ ਕਾਰਨ ਕੀ ਹੋਇਆ ਕਿ ਜਿਹੜੇ ਭਾਰਤ ਦੇ ਜਿਹੜੇ ਲੋਕਲ ਜਿਹੜੇ ਉਦਯੋਗ ਸੀ ਉਹ ਖਤਮ ਹੋ ਗਏ ਤੇ ਲੋਕ ਅੰਗਰੇਜ਼ਾਂ ਦੇ ਅਗੇਂਸਟ ਹੋ ਗਏ। ਤਾਂ ਉਪਰੋਕਤ ਸਾਰੇ ਹੀ, ਇਸ ਲਈ ਇਸ ਦਾ ਰਾਈਟ ਆਨਸਰ ਕੀ ਹੈ ਜੀ, ਉਪਰੋਕਤ ਸਾਰੇ। ਬਿਲਕੁਲ ਉਪਰੋਕਤ ਸਾਰੇ ਕਾਰਨਾਂ ਕਰਕੇ ਜਿਹੜਾ 1857 ਈਸਵੀ ਦਾ ਵਿਦਰੋਹ ਹੋਇਆ। ਹੁਣ ਦੇਖੋ ਪ੍ਰਸ਼ਨ ਆਪਾਂ ਇੱਕ ਕੀਤਾ, ਪਰ ਇੱਥੇ ਚਰਚਾ ਕਿੰਨੇ ਲੋਕਾਂ ਦੀ ਕਰ ਲਈ, ਹਨਾ। ਤਾਂ ਚਰਚਾ ਕਿੰਨੇ ਲੋਕਾਂ ਦੀ ਕਰ ਲਈ, ਤਾਂ ਇੰਪੋਰਟੈਂਟ ਇਹ ਨਹੀਂ ਆ ਕਿ ਕੁਐਸਚਨ ਇੱਥੇ ਇੱਕ ਆ, ਇੰਪੋਰਟੈਂਟ ਇਹ ਆ ਕਿ ਆਪਾਂ ਡਿਸਕਸ਼ਨ ਕਿੰਨੀ ਕੀਤੀ ਹੈ, ਹਨਾ। ਜੇਕਰ ਤੁਸੀਂ ਹੋਰ ਵੀ ਬੁੱਕਸ ਤੋਂ ਪੜ੍ਹਿਆ ਹੈ, ਹਨਾ, ਤਾਂ ਇੱਥੇ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿੰਨਾ ਕੁ ਪੜ੍ਹਿਆ। ਤੇ ਇੱਕ ਜਲਦੀ ਜਿਹੜੀ, ਕਿਉਂਕਿ ਟਾਈਮ ਸਾਡੇ ਕੋਲ ਬਹੁਤ ਘੱਟ ਆ, ਤਾਂ ਕਿ ਜਲਦੀ ਰਿਵੀਜ਼ਨ ਇੱਥੇ ਹੋ ਜਾਂਦੀ ਹੈ। ਇਸ ਲਈ ਤੁਹਾਡੇ ਜਿੰਨੇ ਵੀ ਯਾਰ ਦੋਸਤ ਨੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਇਹ ਵੀਡੀਓ, ਠੀਕ ਹੈ ਜੀ, ਤਾਂ ਕਿ ਉਹ ਤੁਹਾਡੇ ਨਾਲ ਉਹਨਾਂ ਦਾ ਵੀ ਫਾਇਦਾ ਹੋ ਜਾਵੇ। ਫਿਰ ਦੇਖੋ ਅੱਗੇ ਕੀ ਆ, ਕਹਿੰਦਾ 1857 ਈਸਵੀ ਦੇ ਵਿਦਰੋਹ ਦੇ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ। ਦੇਖੋ ਜੀ ਇਹ ਪ੍ਰਸ਼ਨ ਬੜਾ ਜਿਹੜਾ ਕਨਫਿਊਜ਼ਨ ਕ੍ਰੀਏਟ ਕਰਦਾ, ਬੜਾ ਸਾਡੇ ਮਨ ਦੇ ਵਿੱਚ ਦੁਵਿਧਾ ਪੈਦਾ ਕਰਦਾ, ਹਨਾ। ਤਾਂ ਅਕਸਰ ਅਸੀਂ ਜੇਕਰ ਇਹ ਨਹੀਂ ਪੜਿਆ ਪ੍ਰਸ਼ਨ, ਜਾਂ ਇਸ ਨੂੰ ਆਪਾਂ ਨਹੀਂ ਥੋੜਾ ਜਿਹਾ ਐਨਾਲਾਈਜ਼ ਕੀਤਾ, ਤਾਂ ਆਪਾਂ ਜ਼ਿਆਦਾਤਰ ਕੀ ਕਰ ਦਿੰਦੇ, ਇਹਦਾ ਆਨਸਰ ਕਰ ਦਿੰਦੇ ਲਾਰਡ ਡਲਹੌਜੀ ਟੈਕ। ਕਿਉਂਕਿ ਬਈ ਲਾਰਡ ਡਲਹੌਜੀ ਨੇ ਕੰਮ ਹੀ ਇੰਨੇ ਕੀਤੇ, ਜਿਹਦੇ ਕਰਕੇ ਐਕਚੁਅਲ ਦੇ ਵਿੱਚ ਜਿਹੜੀ ਸਾਰਾ ਜਿਹੜਾ ਮਟੀਰੀਅਲ ਸੀ, ਸਾਰੇ ਜਿਹੜੇ ਕਾਰਨ ਸੀ, ਸਾਰੇ ਜਿਹੜੇ ਵਿਵਾਦ ਸੀ, ਉਹ ਕੌਣ ਪੈਦਾ ਕਰਕੇ ਗਿਆ, ਲਾਰਡ ਡਲਹੌਜੀ। ਅਵਧ ਦਾ ਇਸ਼ੂ ਸੀ ਕਿ ਅਵਧ ਨੂੰ ਉਹਨਾਂ ਨੇ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਸੀ, ਉਹ 1857 ਈਸਵੀ ਦਾ ਕੀ ਸੀਗਾ, ਕਾਰਨ ਸੀ। ਕਿਸਨੇ ਉਹ ਕੀਤਾ ਸੀ ਪੈਦਾ, ਡਲਹੌਜੀ ਨੇ। ਇਸ ਤੋਂ ਇਲਾਵਾ ਭਾਰਤ ਦੇ ਵਿੱਚ ਰੇਲ ਜਿਹੜੀ ਚਲਾਈ ਸੀ, ਤਾਂ ਲੋਕਾਂ ਨੂੰ ਇਹ ਸੀ ਵੀ ਰੇਲ ਵੀ ਗਲਤ ਆ, ਠੀਕ ਹੈ ਜੀ, ਕਿਉਂਕਿ ਉਦੋਂ ਅੰਧ ਵਿਸ਼ਵਾਸ ਇਹ ਫੈਲਿਆ ਹੋਇਆ ਸੀ ਕਿ ਅੰਗਰੇਜ਼ ਸਾਨੂੰ ਰੇਲ ਦੀ ਪਟੜੀ ਤੇ ਲੰਬੇ ਲਿਟਾ ਕੇ ਮਾਰ ਦੇਣਗੇ। ਤਾਂ ਰੇਲ ਕਿਹਨੇ ਸ਼ੁਰੂ ਕੀਤੀ ਸੀ, ਡਲਹੌਜੀ ਨੇ। ਇਸ ਤੋਂ ਇਲਾਵਾ ਲੈਪਸ ਦੀ ਨੀਤੀ, ਜਿਸ ਦੇ ਵਿੱਚ ਸੀਗਾ ਕਿ ਕੋਈ ਵੀ ਜਿਹੜਾ ਰਾਜਾ ਹੁੰਦਾ ਸੀ, ਜੇਕਰ ਉਹਦੇ ਪੁੱਤਰ ਨਹੀਂ ਹੁੰਦਾ ਸੀ ਤਾਂ ਉਹ ਪੁੱਤਰ ਗੋਦ ਲੈ ਲੈਂਦਾ ਸੀਗਾ, ਠੀਕ ਹੈ ਜੀ। ਤਾਂ ਇਹ ਕਿਸਨੇ ਕੀਤਾ ਸੀਗਾ, ਇਹ ਬੰਦ ਕਿਸਨੇ ਕੀਤਾ ਸੀਗਾ, ਡਲਹੌਜੀ ਨੇ, ਠੀਕ ਹੈ ਜੀ। ਤਾਂ ਸਾਰਾ ਜਿਹੜਾ ਸਿਸਟਮ ਸੀ, ਸਾਰੇ ਜਿਹੜੇ ਵਿਵਾਦ ਸੀ, ਉਹ ਡਲਹੌਜੀ ਪੈਦਾ ਕਰਕੇ ਗਿਆ ਸੀ। ਪਰ ਡਲਹੌਜੀ ਦੇ ਸਮੇਂ ਦੇ ਵਿੱਚ ਇਹ ਜਿਹੜਾ ਵਿਦਰੋਹ ਨਹੀਂ ਹੋਇਆ ਸੀ, ਕਿਉਂਕਿ ਡਲਹੌਜੀ ਜਿਹੜਾ ਸੀ 1856 ਈਸਵੀ ਦੇ ਵਿੱਚ ਚਲਾ ਗਿਆ ਸੀ, 1856 ਈਸਵੀ ਦੇ ਵਿੱਚ ਚਲਾ ਗਿਆ ਸੀ। ਔਰ ਉਸ ਤੋਂ ਬਾਅਦ ਨਵਾਂ ਜਿਹੜਾ ਭਾਰਤ ਦਾ ਗਵਰਨਰ ਜਨਰਲ ਸੀ, ਜਿਸ ਦਾ ਨਾਮ ਸੀ ਲਾਰਡ ਕੈਨਿੰਗ,
ठीक है जी। तो ਜਿਹੜਾ 1857 ਈਸਵੀ ਦਾ ਵਿਦਰੋਹ ਹੋਇਆ ਸੀ ਉਹ ਲਾਰਡ ਕੈਨਿੰਗ ਦੇ ਟਾਈਮ ਦੇ ਵਿੱਚ ਹੋਇਆ ਸੀ, ਨਾ ਕਿ ਲਾਰਡ ਡਲਹੌਜੀ ਦੇ ਸਮੇਂ 'ਚ। ਠੀਕ ਹੈ ਜੀ। ਤਾਂ ਤੁਸੀਂ ਇਸ ਲਈ ਇਸ ਗੱਲ ਦਾ ਧਿਆਨ ਰੱਖਣਾ ਕਿ ਲਾਰਡ ਡਲਹੌਜੀ ਜਿਹੜਾ ਲਾਰਡ ਕੈਨਿੰਗ ਤੋਂ ਪਹਿਲਾਂ ਦਾ ਭਾਰਤ ਦਾ ਗਵਰਨਰ ਜਨਰਲ ਸੀ, ਉਸਨੇ ਸਾਰਾ ਸਿਸਟਮ ਤਿਆਰ ਕੀਤਾ ਸੀ, ਉਸਨੇ ਸਾਰੀ ਰੂਪਰੇਖਾ ਤਿਆਰ ਕੀਤੀ ਸੀ, ਉਸਨੇ ਸਾਰੇ ਜਿਹੜੇ ਵਿਵਾਦ ਪੈਦਾ ਕੀਤੇ ਸੀ। ਪਰੰਤੂ ਉਸ ਦੇ ਟਾਈਮ ਦੇ ਵਿੱਚ 1857 ਈਸਵੀ ਦਾ ਵਿਦਰੋਹ ਨਹੀਂ ਹੋਇਆ, ਕਿਉਂਕਿ ਉਹ 1856 ਈਸਵੀ ਦੇ ਵਿੱਚ ਹੀ ਚਲਾ ਗਿਆ ਸੀ, ਉਹਦਾ ਕਾਰਜਕਾਲ ਪੂਰਾ ਹੋ ਗਿਆ ਸੀ। ਇਸ ਲਈ ਜਿਹੜਾ ਉਸ ਤੋਂ ਬਾਅਦ ਜਿਹੜੇ ਭਾਰਤ ਦੇ ਗਵਰਨਰ ਜਨਰਲ ਆਏ ਸੀ ਲਾਰਡ ਕੈਨਿੰਗ, ਉਸ ਦੇ ਟਾਈਮ ਦੇ ਵਿੱਚ ਜਿਹੜਾ 1857 ਈਸਵੀ ਦਾ ਵਿਦਰੋਹ ਹੋਇਆ। ਇਸ ਲਈ ਰਾਈਟ ਆਨਸਰ ਜਿਹੜਾ ਕੀ ਹੈ ਲਾਰਡ ਕੈਨਿੰਗ। ਠੀਕ ਹੈ ਜੀ। ਤੇ ਲਾਰਡ ਕਰਜ਼ਨ ਦਾ ਤੁਹਾਨੂੰ ਪਤਾ ਹੀ ਹੈ, ਇਸ ਤੋਂ ਬਾਅਦ ਆਏਗਾ, ਇਹ ਭਾਰਤ ਦਾ ਵਾਇਸਰਾਏ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 1905 ਈਸਵੀ ਦੇ ਵਿੱਚ ਇਹਨੇ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਸੀ ਉਹ ਇਹ ਕੀਤਾ ਸੀ ਕਿ ਇਸਨੇ ਬੰਗਾਲ ਦੀ ਵੰਡ ਕੀਤੀ ਸੀਗੀ। ਠੀਕ ਹੈ ਜੀ। ਲਾਰਡ ਰਿਪਨ ਤੁਹਾਨੂੰ ਮੈਂ ਦੱਸਿਆ ਹੈ, ਲਾਰਡ ਰਿਪਨ ਜਿਹੜਾ ਹੈ ਇਹ ਅਜਿਹਾ, ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ, ਦੁਬਾਰੇ ਫਿਰ ਰਿਵਾਈਜ਼ ਕਰਾਉਣ, ਕਿ ਉਹ ਅਜਿਹਾ ਮਾਤਰ ਵਾਇਸਰਾਏ ਨੇ ਜਿਹਨੂੰ ਭਾਰਤੀ ਲੋਕ ਪਿਆਰ ਕਰਦੇ ਸੀ, ਭਾਰਤੀਆਂ ਦੇ ਵਿੱਚ ਉਹ ਹਰਮਨ ਪਿਆਰਾ ਸੀ, ਕਿਉਂਕਿ ਉਸਨੇ ਬਹੁਤ ਸਾਰੇ ਕੰਮ ਕੀਤੇ ਸਨ। ਫਿਰ ਦੇਖੋ ਅਗਲਾ ਪ੍ਰਸ਼ਨ ਹੈ ਜੀ, ਨਾਨਾ ਸਾਹਿਬ ਦਾ ਸੰਬੰਧ ਕਿਸ ਨਾਲ ਹੈ? ਨਾਨਾ ਸਾਹਿਬ ਹੈ ਨਾ ਜੀ। ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਨਾਨਾ ਸਾਹਿਬ ਦਾ ਸੰਬੰਧ ਕਿਸ ਨਾਲ ਹੈ ਜੀ? ਕਾਨਪੁਰ ਨਾਲ ਹੈ। ਕਹਾਣੀ ਕੀ ਸੀ ਨਾਨਾ ਸਾਹਿਬ ਦੀ? ਕਿ ਅੰਗਰੇਜ਼ਾਂ ਨੇ ਕੀ ਕੀਤਾ ਸੀ? ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਤੀ ਸੀ। ਨਾਨਾ ਸਾਹਿਬ ਦੀ ਕੀ ਕਰਤੀ ਸੀ ਜੀ? ਪੈਨਸ਼ਨ ਬੰਦ ਕਰਤੀ ਸੀ। ਨਾਨਾ ਸਾਹਿਬ ਸੀ ਕੌਣ? ਨਾਨਾ ਸਾਹਿਬ ਜੋ ਸੀ ਉਹ ਬਾਜੀਰਾਓ ਸੈਕੰਡ, ਇਹ ਯਾਦ ਰੱਖਣਾ, ਬਾਜੀਰਾਓ ਸੈਕੰਡ ਦਾ ਗੋਦ ਲਿਆ ਪੁੱਤਰ ਸੀ। ਬਾਜੀਰਾਓ ਸੈਕੰਡ ਨੇ ਨਾਨਾ ਸਾਹਿਬ ਨੂੰ ਗੋਦ ਲਿਆ ਸੀ, ਪਰ ਅੰਗਰੇਜ਼ ਕਹਿੰਦੇ ਵੀ ਅਸੀਂ ਜਿਹੜਾ ਗੋਦ ਲਿਆ ਪੁੱਤਰ ਉਹ ਸਵੀਕਾਰ ਹੀ ਨਹੀਂ ਕਰਾਂਗੇ। ਇਸ ਲਈ ਉਹਨਾਂ ਨੇ ਕੀ ਕਰਤਾ ਸੀ? ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਤੀ ਸੀ। ਇਸ ਲਈ ਉਹ ਅੰਗਰੇਜ਼ਾਂ ਦੇ ਅਗੇਂਸਟ ਹੋ ਗਿਆ ਤੇ ਬਾਅਦ ਦੇ ਵਿੱਚ ਉਸਨੇ ਕੀ ਕਰਤਾ ਸੀ ਜੀ? ਰਿਵੋਲਟ ਕਰਤਾ ਸੀ ਆਪਣੇ ਇੱਕ ਸੈਨਾਪਤੀ ਦੇ ਨਾਲ ਰਲ ਕੇ, ਜਿਸ ਦਾ ਨਾਮ ਸੀ ਤਾਂਤੀਆ ਟੋਪੇ। ਠੀਕ ਹੈ ਜੀ। ਤਾਂਤੀਆ ਟੋਪੇ ਜੋ ਕਿ ਇਸ ਦਾ ਸੈਨਾਪਤੀ ਸੀ ਨਾਨਾ ਸਾਹਿਬ ਦਾ, ਉਸ ਨਾਲ ਮਿਲ ਕੇ ਨਾਨਾ ਸਾਹਿਬ ਨੇ ਅੰਗਰੇਜ਼ਾਂ ਦੇ ਅਗੇਂਸਟ ਰਿਵੋਲਟ ਕਰਤਾ ਸੀ। ਤਾਂ ਇਸ ਲਈ ਨਾਨਾ ਸਾਹਿਬ ਦਾ ਸੰਬੰਧ ਕਿਸ ਨਾਲ ਸੀ ਜੀ? ਕਾਨਪੁਰ ਨਾਲ ਸੀ। ਠੀਕ ਹੈ ਜੀ। ਸਮਝ ਗਏ? ਇਸ਼ੂ ਕੀ ਸੀਗਾ ਮੈਂ ਤੁਹਾਨੂੰ ਦੱਸਦਾ ਕਿ ਉਹ ਗੋਦ ਲਿਆ ਪੁੱਤਰ ਸੀ। ਕਿਸਨੇ ਗੋਦ ਲਿਆ ਸੀ? ਬਾਜੀਰਾਓ ਸੈਕੰਡ ਨੇ ਉਸ ਨੂੰ ਗੋਦ ਲਿੱਤਾ ਸੀ ਔਰ ਅੰਗਰੇਜ਼ਾਂ ਨੇ ਉਹਦੀ ਪੈਨਸ਼ਨ ਬੰਦ ਕਰਤੀ ਸੀ। ਠੀਕ ਹੈ ਜੀ। ਫਿਰ ਦੇਖੋ ਅਗਲਾ ਪ੍ਰਸ਼ਨ ਹੈ, ਨਾਨਾ ਸਾਹਿਬ ਕਿਸ ਦਾ ਉੱਤਰਾਧਿਕਾਰੀ ਸੀ? ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਗੱਲ ਕਿ ਨਾਨਾ ਸਾਹਿਬ ਕਿਸ ਦਾ ਉੱਤਰਾਧਿਕਾਰੀ ਸੀ ਦੋਸਤੋ? ਨਾਨਾ ਸਾਹਿਬ ਜੋ ਸੀ ਉਹ ਬਾਜੀਰਾਓ ਦੂਸਰੇ ਦਾ ਪੁੱਤਰ ਸੀ, ਹੈ ਨਾ ਜੀ। ਨਾਨਾ ਸਾਹਿਬ ਬਾਜੀਰਾਓ ਦੂਸਰੇ ਦਾ ਪੁੱਤਰ ਸੀ। ਇਹ ਨਾਨਾ ਸਾਹਿਬ, ਇਹ ਜੋ ਆਪਣੇ ਬਾਜੀਰਾਓ ਜੀ ਨੇ, ਠੀਕ ਹੈ ਜੀ, ਬਾਜੀਰਾਓ ਸੈਕੰਡ ਦੇ ਉਹ ਕੌਣ ਸੀ? ਪੁੱਤਰ ਸੀ। ਫਿਰ ਦੇਖੋ ਜੀ ਕਿ 1857 ਈਸਵੀ ਦੇ ਵਿਦਰੋਹ ਦੇ ਸਮੇਂ ਮੁਗਲ ਬਾਦਸ਼ਾਹ ਕੌਣ ਸੀ? 1857 ਈਸਵੀ ਦੇ ਵਿਦਰੋਹ ਦੇ ਸਮੇਂ ਮੁਗਲ ਬਾਦਸ਼ਾਹ ਕੌਣ ਸੀ? ਤਾਂ ਦੋਸਤੋ ਬਹਾਦਰ ਸ਼ਾਹ ਜ਼ਫਰ ਸੀ। ਬਹਾਦਰ ਸ਼ਾਹ ਜ਼ਫਰ, ਇਸ ਦਾ ਜ਼ਫਰ ਜ਼ਰੂਰ ਤੁਸੀਂ ਨਾਮ ਦੇ ਪਿੱਛੇ ਯਾਦ ਕਰਨਾ, ਕਿਉਂਕਿ ਇੱਕ ਬਹਾਦਰ ਸ਼ਾਹ ਵੀ ਸੀ, ਇਕੱਲਾ ਕੌਣ ਸੀਗਾ? ਬਹਾਦਰ ਸ਼ਾਹ। ਠੀਕ ਹੈ ਜੀ। ਇਹ ਬਹਾਦਰ ਸ਼ਾਹ ਜੋ ਸੀ ਇਹ ਔਰੰਗਜ਼ੇਬ ਦਾ ਪੁੱਤਰ ਸੀ। ਇਕੱਲਾ ਜਿਹੜਾ ਬਹਾਦਰ ਸ਼ਾਹ ਸੀ ਉਹ ਔਰੰਗਜ਼ੇਬ ਦਾ ਪੁੱਤਰ ਸੀ। ਠੀਕ ਹੈ ਜੀ। ਔਰ ਇਹ ਜੋ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਸੰਘਰਸ਼ ਕਰਕੇ ਗੱਦੀ ਦੇ ਉੱਤੇ ਬੈਠਾ ਸੀ, ਪਰ ਉਸਦਾ ਨਾਮ ਕੱਲਾ ਬਹਾਦਰ ਸ਼ਾਹ ਸੀ। ਇੱਥੇ ਜਿਹੜਾ ਇਹ ਬਹਾਦਰ ਸ਼ਾਹ ਨੇ, ਇਹ ਬਹਾਦਰ ਸ਼ਾਹ ਜ਼ਫਰ ਨੇ, ਜੋ ਕਿ ਮੁਗਲਾਂ ਦੇ ਅੰਤਮ ਸਮਰਾਟ ਸਨ, ਅੰਤਮ ਬਾਦਸ਼ਾਹ ਸਨ। ਠੀਕ ਹੈ ਜੀ। ਔਰ ਇਸ ਤੋਂ ਇਲਾਵਾ ਕੀ ਸੀ ਜੀ? ਇਸ ਤੋਂ ਇਲਾਵਾ ਜੋ ਇਹ 1857 ਈਸਵੀ ਦੇ ਵਿਦਰੋਹ ਦੇ ਸਮੇਂ ਦਿੱਲੀ ਦੇ ਬਾਦਸ਼ਾਹ ਸਨ। ਠੀਕ ਹੈ ਦੋਸਤੋ। ਫਿਰ ਅਗਲਾ ਪ੍ਰਸ਼ਨ ਦੇਖੋ ਕਿ ਲੈਪਸ ਦੀ ਨੀਤੀ ਕਿਸ ਨੇ ਲਾਗੂ ਕੀਤੀ? 1857 ਈਸਵੀ ਦੇ ਦਾ ਵੱਡਾ ਕਾਰਨ ਲੈਪਸ ਨੀਤੀ ਵੀ ਸੀ। ਲੈਪਸ ਨੀਤੀ ਕੀ ਸੀ ਜੀ? ਲੈਪਸ ਨੀਤੀ ਪਹਿਲਾਂ ਆਪਾਂ ਦੇਖਦੇ ਹਾਂ ਵੀ ਕਿਸਨੇ ਇਹ ਜਿਹੜੀ ਲਾਗੂ ਕੀਤੀ ਸੀ, ਅਪਣਾਈ ਕਿਸਨੇ ਸੀ? ਤਾਂ ਇਹ ਦੋਸਤੋ ਲਾਰਡ ਡਲਹੌਜੀ ਨੇ ਅਪਣਾਈ ਸੀ। ਕਿਸਨੇ ਅਪਣਾਈ ਸੀ? ਲਾਰਡ ਡਲਹੌਜੀ ਨੇ। ਇਹ ਰਿਹਾ ਜੀ ਲਾਰਡ ਡਲਹੌਜੀ। ਠੀਕ ਹੈ ਜੀ। ਇਸਨੇ ਲੈਪਸ ਦੀ ਨੀਤੀ ਜਿਹੜੀ ਅਡਾਪਟ ਕੀਤੀ। ਔਰ ਲੈਪਸ ਦੀ ਨੀਤੀ ਦੇ ਵਿੱਚ ਕੀ ਸੀ? ਲੈਪਸ ਦੀ ਨੀਤੀ ਦਾ ਇਹ ਕਾਨੂੰਨ ਸੀ ਕਿ ਕੋਈ ਵੀ ਭਾਰਤੀ ਰਾਜਾ ਕਿਸੇ ਨੂੰ ਵੀ ਮਤਲਬ ਪੁੱਤਰ ਗੋਦ ਨਹੀਂ ਲਊਗਾ। ਮਤਲਬ ਉਸਨੇ ਪੁੱਤਰ ਗੋਦ ਲੈਣ ਦੀ ਜਿਹੜੀ ਪ੍ਰਥਾ ਸੀ, ਜਿਹੜੀ ਯੁੱਗਾਂ ਤੋਂ ਚੱਲਦੀ ਆ ਰਹੀ ਸੀ, ਉਸ ਨੂੰ ਬੰਦ ਕਰਤਾ ਕਿ ਜੇਕਰ ਕੋਈ ਰਾਜਾ ਜਿਹੜਾ ਹੈ ਪੁੱਤਰ ਗੋਦ ਲਵੇਗਾ ਤਾਂ ਅਸੀਂ ਉਸ ਨੂੰ ਸਵੀਕਾਰ ਨਹੀਂ ਕਰਾਂਗੇ। ਠੀਕ ਹੈ। ਇਸ ਲਈ ਜਿਹੜਾ ਉਹਦਾ ਰਾਜ ਹੋਊਗਾ ਉਸ ਨੂੰ ਅਸੀਂ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਾਂਗੇ। ਇੱਕ ਤਰ੍ਹਾਂ ਨਾਲ ਇਸ ਦੀ ਇਹ ਨੀਤੀ ਜਿਹੜੀ ਅੰਗਰੇਜ਼ੀ ਸਾਮਰਾਜ ਦੇ ਵਿਸਥਾਰ ਵੱਲ ਸੀ। ਠੀਕ ਹੈ ਜੀ। ਕਿ ਵੀ ਕੋਈ ਰਾਜਾ ਜੇਕਰ ਉਹ ਬਿਨਾਂ ਪੁੱਤਰ ਤੋਂ ਹੀ ਮਰ ਜਾਏਗਾ ਤਾਂ ਅਸੀਂ ਉਹਦੇ ਜਿਹੜਾ ਪੁੱਤਰ ਗੋਦ ਲਊਗਾ ਉਹਨੂੰ ਅਸੀਂ ਸਵੀਕਾਰ ਹੀ ਨਹੀਂ ਕਰਾਂਗੇ। ਤਾਂ ਇਸ ਤਰ੍ਹਾਂ ਸਾਨੂੰ ਬਹਾਨਾ ਮਿਲ ਜੂਗਾ ਕਿ ਅਸੀਂ ਜਿਹੜਾ ਕੀ ਕਰ ਲਈਏ,
ਸਾਮਰਾਜ ਨੂੰ ਆਪਣੇ ਨੂੰ ਵਧਾ ਲਈਏ ਤੇ ਉਸ ਦਾ ਜਿਹੜਾ ਰਾਜ ਹੈ ਉਸ ਨੂੰ ਆਪਣੇ ਅਧੀਨ ਕਰ ਲਈਏ। ਤੇ ਇਸ ਤਰ੍ਹਾਂ ਉਹਨਾਂ ਨੇ ਬਹੁਤ ਸਾਰੇ ਜਿਹੜੇ ਰਾਜ ਸੀਗੇ ਭਾਰਤ ਦੇ ਉਹ ਆਪਣੇ ਰਾਜ ਦੇ ਵਿੱਚ ਮਿਲਾ ਲਏ ਸੀ। ਤੇ ਲੈਪਸ ਦੀ ਨੀਤੀ ਕੌਣ ਲੈ ਕੇ ਆਇਆ ਸੀ ਜੀ? ਲਾਰਡ ਡਲਹੌਜੀ, ਇਹ ਵਿਅਕਤੀ ਸੀ ਉਹ। ਫਿਰ ਅਗਲਾ ਪ੍ਰਸ਼ਨ ਦੇਖੋ, ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਮਿਲਾਇਆ? ਦੋਸਤੋ ਅਵਧ ਇੱਕ ਜਿਹੜਾ ਸੀਗਾ, ਅਵਧ ਇੱਕ ਮੋਸਟ ਇੰਪੋਰਟੈਂਟ ਉਸ ਟਾਈਮ ਦਾ ਰਾਜ ਸੀ, ਠੀਕ ਹੈ ਜੀ। ਔਰ ਅਵਧ ਦੀ ਜਿਹੜੀ ਰਾਜਧਾਨੀ ਸੀ ਉਹ ਸੀ ਲਖਨਊ, ਠੀਕ ਹੈ ਜੀ, ਲਖਨਊ। ਅਵਧ ਦੀ ਰਾਜਧਾਨੀ ਸੀ ਲਖਨਊ, ਠੀਕ ਹੈ ਜੀ। ਹੁਣ ਅਵਧ ਦਾ ਕੀ ਸੀਨ ਸੀ ਕਿ ਅਵਧ ਜਿਹੜਾ ਰਾਜ ਸੀਗਾ ਉਹ ਹਮੇਸ਼ਾ ਹੀ ਅੰਗਰੇਜ਼ਾਂ ਦੇ ਪ੍ਰਤੀ ਵਫਾਦਾਰ ਰਿਹਾ। ਜਿਵੇਂ ਅੰਗਰੇਜ਼ਾਂ ਨੇ ਕਿਹਾ ਉਵੇਂ ਲਗਭਗ ਉਹਨਾਂ ਨੇ ਕੀਤਾ। ਜੇ ਉਹਨਾਂ ਨੇ ਸਹਾਇਕ ਸੰਧੀ, ਤੁਹਾਨੂੰ ਮੈਂ ਲਾਸਟ ਦੇ ਵਿੱਚ ਦੱਸਿਆ ਸੀ ਕਿ ਸਹਾਇਕ ਸੰਧੀ ਕੀ ਆ, ਕਮੈਂਟ ਦੇ ਵਿੱਚ ਦੱਸ ਦੇਣਾ ਜਿਹਨੂੰ ਯਾਦ ਹੈ ਕਿ ਸਹਾਇਕ ਸੰਧੀ ਕੀ ਸੀ ਔਰ ਸਹਾਇਕ ਸੰਧੀ ਕਿਹਨੇ ਇੰਟਰੋਡਿਊਸ ਕੀਤੀ ਸੀ, ਭਾਰਤ ਦੇ ਵਿੱਚ ਕਿਹਨੇ ਲਾਗੂ ਕੀਤੀ ਸੀ, ਇਹ ਮੈਨੂੰ ਤੁਸੀਂ ਜ਼ਰੂਰ ਦੱਸਣਾ। ਤਾਂ ਸਹਾਇਕ ਸੰਧੀ ਦਾ ਵਿੱਚ ਅਵਧ ਦੀ ਗੱਲ ਕਰਦੇ ਸੀ ਹਾਂ ਕਿ ਅਵਧ ਨੇ ਸਭ ਤੋਂ ਪਹਿਲਾਂ ਸਹਾਇਕ ਸੰਧੀ ਜਿਹੜੀ ਜਦੋਂ ਗੱਲ ਚੱਲੀ ਤਾਂ ਸਹਾਇਕ ਸੰਧੀ ਉਸਨੇ ਅਪਣਾਈ, ਠੀਕ ਹੈ ਜੀ। ਇਸ ਤੋਂ ਇਲਾਵਾ ਹੁਣ ਇਹਦਾ ਇਸ਼ੂ ਕੀ ਸੀਗਾ ਅਵਧ ਦਾ? ਤਾਂ ਉਸਨੇ ਕੀ ਕੀਤਾ, ਲਾਰਡ ਡਲਹੌਜੀ ਨੇ ਕੀ ਕੀਤਾ ਕਿ ਅਵਧ ਨੂੰ ਕੁਸ਼ਾਸਨ ਦਾ ਆਰੋਪ ਲਾ ਕੇ ਵੀ ਇਸ ਦੇ ਉੱਤੇ ਸਾਰਾ ਕੁਝ ਸਹੀ ਨਹੀਂ ਚੱਲ ਰਿਹਾ, ਸਾਰਾ ਕੁਝ ਇੱਥੇ ਸਹੀ ਨਹੀਂ ਚੱਲ ਰਿਹਾ, ਇੱਥੇ ਗੜਬੜ ਹੋ ਰਹੀ ਹੈ। ਇਸ ਲਈ ਉਸਨੇ ਕੀ ਕੀਤਾ ਕਿ ਅਵਧ ਦਾ ਜੋ ਰਾਜਾ ਸੀ, ਅਵਧ ਦਾ ਜੋ ਰਾਜਾ ਸੀਗਾ ਵਾਜਿਦ ਅਲੀ ਸ਼ਾਹ, ਵਾਜਿਦ ਅਲੀ ਸ਼ਾਹ ਨਵਾਬ ਸੀਗਾ ਇਹ, ਵਾਜਿਦ ਅਲੀ ਸ਼ਾਹ, ਠੀਕ ਹੈ ਜੀ। ਤਾਂ ਵਾਜਿਦ ਅਲੀ ਸ਼ਾਹ ਨੂੰ ਕੀ ਕੀਤਾ ਸੀਗਾ ਜੀ, ਉਸਨੇ ਗੱਦੀ ਤੋਂ ਹਟਾਤਾ, ਵਾਜਿਦ ਅਲੀ ਸ਼ਾਹ ਨੂੰ ਗੱਦੀ ਤੋਂ ਹਟਾਤਾ, ਠੀਕ ਹੈ ਜੀ। ਕਦ? 1856 ਈਸਵੀ ਦੇ ਵਿੱਚ, ਔਰ ਉਸਨੇ ਆਪਣੇ ਸਾਮਰਾਜ ਦੇ ਵਿੱਚ ਮਿਲਾ ਲਿਆ। ਤਾਂ ਇਸ ਲਈ ਇਹ ਆ ਕਿ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਮਿਲਾਇਆ? 1856 ਈਸਵੀ ਦੇ ਵਿੱਚ। ਉਸ ਸਮੇਂ ਅਵਧ ਦਾ ਨਵਾਬ ਕੌਣ ਸੀ? ਵਾਜਿਦ ਅਲੀ ਸ਼ਾਹ, ਠੀਕ ਹੈ ਜੀ। ਔਰ ਅਵਧ ਦੀ ਕੀ ਸੀ ਰਾਜਧਾਨੀ ਕੀ ਸੀ? ਲਖਨਊ। ਇਹ ਸਾਰੇ ਲੋਕ ਨਾਨਾ ਸਾਹਿਬ, ਠੀਕ ਹੈ ਜੀ, ਇਹ ਜੋ ਅਵਧ ਦਾ ਜੋ ਵੀ ਅਵਧ ਦੇ ਵਾਰਿਸ ਹੋਣਗੇ ਇਹ ਸਾਰੇ ਫਿਰ ਉਹ ਅੱਗੇ ਜਾ ਕੇ ਕੀ ਕਰਨਗੇ? ਅੰਗਰੇਜ਼ਾਂ ਦੇ ਅਗੇਂਸਟ ਹੋਣਗੇ, ਚਾਹੇ ਉਹ ਬਹਾਦਰ ਸ਼ਾਹ ਜ਼ਫਰ ਆ, ਠੀਕ ਹੈ ਜੀ। ਇਹ ਸਾਰੇ ਜਾ ਕੇ ਅੰਗਰੇਜ਼ਾਂ ਦੇ ਕੀ ਹੋ ਜਾਣਗੇ? ਅਗੇਂਸਟ ਹੋ ਜਾਣਗੇ। ਔਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਦੋਸਤੋ ਕਿ 1857 ਈਸਵੀ ਦਾ ਜਿਹੜਾ ਵਿਦਰੋਹ ਹੈ ਇਹ ਬਹੁਤ ਵੱਡਾ ਟੌਪਿਕ ਹੈ, ਇਸ ਲਈ ਪਾਰਟਸ ਦੇ ਵਿੱਚ ਪੜਾਂਗੇ। ਅੱਜ ਅਸੀਂ ਇਸ ਦਾ ਪਹਿਲਾ ਪਾਠ ਕਰਾਂਗੇ, ਅੱਜ ਅਸੀਂ ਇਸ ਦਾ ਪਹਿਲਾ ਪਾਠ ਕਰਾਂਗੇ, ਫਿਰ ਕੱਲ ਇਸ ਦਾ ਦੂਸਰਾ ਪਾਠ ਕਰਾਂਗੇ। ਨੈਕਸਟ ਪ੍ਰਸ਼ਨ ਦੇਖੋ ਕਿ ਨਵਾਬ ਵਾਜਿਦ ਅਲੀ ਸ਼ਾਹ ਦਾ ਸੰਬੰਧ ਕਿਸ ਨਾਲ ਸੀ? ਤਾਂ ਕਿਸ ਨਾਲ ਸੀ ਜੀ? ਅਵਧ ਨਾਲ, ਬਿਲਕੁਲ ਜੀ, ਆਪਾਂ ਪਹਿਲਾਂ ਪੜ ਚੁੱਕੇ ਹਾਂ, ਅਵਧ ਨਾਲ ਸੀ। ਤਾਂ ਇਹ ਅੱਜ ਦੇ ਆਪਣੇ ਕੁਝ ਪ੍ਰਸ਼ਨ ਸੀ, ਠੀਕ ਹੈ ਜੀ। ਤੁਸੀਂ ਮੈਨੂੰ ਦੱਸਣਾ ਜ਼ਰੂਰ ਕਿ ਤੁਹਾਨੂੰ ਇਹ ਉਪਰਾਲਾ ਕਿਸ ਤਰ੍ਹਾਂ ਲੱਗ ਰਿਹਾ। ਇਹ ਤੁਸੀਂ ਉੱਥੇ ਤਸਵੀਰ ਵੀ ਦੇ ਸਕਦੇ ਹੋ ਵਾਜਿਦ ਅਲੀ ਸ਼ਾਹ ਦੀ, ਉਪਰਾਲਾ ਕਿਸ ਤਰ੍ਹਾਂ ਲੱਗ ਰਿਹਾ ਹੈ, ਠੀਕ ਹੈ ਜੀ। ਤੇ ਸਾਡੇ ਐਫਰਟ ਕਿਸ ਤਰ੍ਹਾਂ ਲੱਗ ਰਹੇ ਨੇ, ਮੈਨੂੰ ਤੁਹਾਡੇ ਕਮੈਂਟਸ ਦੀ ਵੇਟ ਰਹੇਗੀ, ਇੰਤਜ਼ਾਰ ਰਹੇਗਾ। ਚਲੋ ਇਹਦਾ ਦੂਜਾ ਪਾਠ ਲੈ ਕੇ ਬਹੁਤ ਜਲਦੀ ਆਵਾਂਗੇ। ਥੈਂਕ ਯੂ ਸੋ ਮਚ।